ਕਰਨ ਤੋਂ ਪਹਿਲਾਂ ਸਾਰੇ ਹੀ ਜਦੋਂ ਮਿਲ ਕੇ ਬੈਠੇ ਹੋਏ ਹੋ, ਦਿਓ ਪਿਆਰ ਦਾ ਸਬੂਤ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਿਹੜਾ ਜਨਮ ਹੈ ਉਹ ਪਿੰਡ ਬਾਸਰਕੇ ਅੰਮ੍ਰਿਤਸਰ ਦੇ ਨੇੜੇ ਪਿੰਡ ਬਾਸਰਕੇ ਦੇ ਵਿੱਚ ਹੋਇਆ, ਜਿਨ੍ਹਾਂ ਦਾ ਅੱਜ ਅਸੀਂ ਇਤਿਹਾਸ ਵਾਚਣ ਜਾ ਰਹੇ ਹਾਂ। ਮਾਤਾ ਪਿਤਾ ਦੇ ਵੱਡੇ ਸਪੁੱਤਰ ਸਨ, ਸਭ ਤੋਂ ਵੱਡੇ ਸਪੁੱਤਰ ਸਨ। ਤੇ ਕਹਿੰਦੇ ਨੇ ਕਿ ਪਿਤਾ ਤੇਜਪਾਨ ਜੀ ਤੇ ਮਾਤਾ ਸੁਲੱਖਣੀ ਜੀ। ਮਾਤਾ ਸੁਲੱਖਣੀ ਜੀ ਦੀ ਕੁੱਖੋਂ ਜੋ ਕਿ ਨਾਂ ਨੇ ਮਾਤਾ ਤੇਜਪਾਨ ਜੀ, ਉਹਨਾਂ ਦੇ ਪਿਤਾ ਦਾ ਨਾਮ। ਤੇ ਉਹਨਾਂ ਦਾ ਜਿਹੜਾ ਵਿਆਹ ਸੀਗਾ ਉਹ 24 ਸਾਲ ਦੀ ਉਮਰ ਦੇ ਵਿੱਚ ਹੀ ਹੋ ਗਿਆ ਸੀ, ਜੋ ਗ੍ਰਸਥ ਜੀਵਨ ਸੀ। ਕਿਉਂਕਿ ਸਿੱਖ ਧਰਮ ਦੇ ਵਿੱਚ ਗ੍ਰਸਥ ਜੀਵਨ ਨੂੰ ਬੜਾ ਮਹੱਤਵ ਦਿੱਤਾ ਗਿਆ ਹੈ। ਕਿਉਂਕਿ ਘਰ ਛੱਡ ਕੇ ਬਨਾਂ ਦੇ ਵਿੱਚ ਜਾ ਕੇ ਆਪਣਾ ਘਰ ਵਸੇਰਾ ਰਹਿਣ ਬਸੇਰਾ ਕਰਨ ਵਾਲੇ ਆਪਣੀ ਸਾਰੀ ਉਮਰ ਗ੍ਰਸਤੀ ਤੋਂ ਬਾਹਰ ਰਹਿ ਕੇ ਉਹ ਰੱਬ ਨੂੰ ਲੱਭਣ ਵਾਸਤੇ ਜਾਂਦੇ ਨੇ। ਪਰ ਖਿਆਲ ਕਰਨਾ, ਬਾਬਾ ਫਰੀਦ ਜੀ ਨੇ ਬੜੀ ਸੁਚੱਜੇ ਢੰਗ ਦੇ ਨਾਲ ਸਮਝਾਇਆ। ਕਹਿੰਦੇ ਨੇ ਕਿ ਫਰੀਦਾ ਜੰਗਲ ਜੰਗਲ ਕਿਆ ਪਵੈ, ਵਣ ਕੰਡਾ ਮੋੜੇ, ਵਸੀ ਰਵ ਹਿਆਲਿਆ ਜੰਗਲ ਕਿਆ ਢੂੰਡੇ। ਤੇ ਗ੍ਰਸਤ ਜੀਵਨ ਨੂੰ ਸਤਿਗੁਰੂ ਜੀ ਨੇ ਗੁਰੂ ਇਤਿਹਾਸ ਦੇ ਰਾਹੀਂ, ਆਪਣੇ ਮੁਖ ਦੇ ਰਾਹੀਂ ਇਸ ਤਰੀਕੇ ਦੇ ਨਾਲ ਸਮਝਾਉਣਾ ਕੀਤਾ ਹੈ ਕਿ ਗ੍ਰਸਤ ਜੀਵਨ ਜ਼ਰੂਰੀ ਹੈ। ਜੰਗਲਾਂ ਦੇ ਵਿੱਚ ਜਾ ਕੇ ਜਾਂ ਹੋਰ ਸਮਾਧੀਆਂ ਲਗਾ ਕੇ ਆਪਣੇ ਜੀਵਨ ਨੂੰ ਵਿਅਰਥ ਕਰਨਾ, ਅਜਾਈ ਗਵਾਣਾ ਕੋਈ ਸਮਝਦਾਰੀ ਦੀ ਗੱਲ ਨਹੀਂ। ਤੇ ਗੁਰੂ ਸਾਹਿਬ ਜੀ ਦਾ, ਬਾਬਾ ਜੀ ਦਾ ਜਿਹੜਾ ਵਿਆਹ ਸੀਗਾ ਉਹ 24 ਸਾਲ ਦੀ ਉਮਰ ਦੇ ਵਿੱਚ ਹੋ ਗਿਆ ਸੀਗਾ। ਉਹਨਾਂ ਦੇ ਸੁਪਤਨੀ ਦਾ ਨਾਮ ਬੀਬੀ ਮਨਸਾ ਜੀ ਸੀ। ਤੇ ਉਹਨਾਂ ਦੇ ਛੋਟੇ ਦੋ ਪੁੱਤਰ ਘਰ ਵਿੱਚ ਪੈਦਾ ਹੋਏ, ਮੋਹਰੀ ਜੀ ਤੇ ਮੋਹਨ ਜੀ। ਤੇ ਦੋ ਬੇਟੀਆਂ ਉਹਨਾਂ ਦੇ ਘਰ ਵਿੱਚ ਜਨਮੀਆਂ, ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ। ਦੋ ਬੇਟੇ ਤੇ ਦੋ ਬੇਟੀਆਂ ਘਰ ਵਿੱਚ ਜਨਮੇ। ਤੇ ਗੁਰੂ ਬਾਬਾ ਅਮਰਦਾਸ ਜੀ, ਬਾਬਾ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਉਸ ਵੇਲੇ ਤੱਕ ਉਹ ਗੁਰੂ ਨਹੀਂ ਸੀ ਬਣੇ, ਇਸ ਕਰਕੇ ਬਾਬਾ ਜੀ ਕਿਹਾ ਜਾਂਦਾ ਹੈ। ਕਿਉਂਕਿ ਬਾਬਾ ਜੀ ਇੱਕ ਬਹੁਤ ਸਤਿਕਾਰਯੋਗ ਇੱਕ ਲਫ਼ਜ਼ ਹੈ, ਵਰਡ ਹੈ। ਅਸੀਂ ਬਾਬਾ ਇੱਕ ਸਿਆਣੇ ਨੂੰ ਕਹਿੰਦੇ ਹਾਂ, ਜਿਵੇਂ ਕਿ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਇੱਕ ਵੱਡੀ ਪਦਵੀ ਹੈ। ਅਸੀਂ ਵੱਡੀ ਪਦਵੀ ਦੇ ਕੇ ਇਹਨਾਂ ਨੂੰ ਸਤਿਕਾਰ ਕਰ ਰਹੇ ਹਾਂ, ਕਿਉਂਕਿ ਹਜੇ ਆਪਾਂ ਇਤਿਹਾਸ ਨੂੰ ਅੱਗੇ ਲੈ ਕੇ ਜਾਣਾ। ਤੇ ਜਦੋਂ ਉਹ ਗੁਰੂ ਬਣਨਗੇ ਆਪਾਂ ਉਹਨਾਂ ਨੂੰ ਗੁਰੂ ਕਵਾਂਗੇ। ਤੇ ਫਿਲਹਾਲ ਆਪਾਂ ਗੱਲ ਕਰ ਰਹੇ ਹਾਂ ਗੁਰੂ ਗੱਦੀ ਤੋਂ ਪਹਿਲਾਂ, ਜੋ ਕਿ ਅਮਰਦਾਸ ਜੀ ਨੂੰ ਅਸੀਂ ਬਾਬਾ ਲਫ਼ਜ਼ ਵਰਤਣਾ ਬਹੁਤ ਚੰਗਾ ਸਮਝਦੇ ਹਾਂ। ਤੇ ਬਾਬਾ ਜੀ ਜੋ ਕਿ ਜਿਨ੍ਹਾਂ ਨੂੰ ਮਤ ਨੂੰ ਉਹ ਮੰਨਦੇ ਸਨ, ਉਹ ਬ੍ਰਾਹਮਣ ਮਤ ਨੂੰ, ਹਿੰਦੂ ਧਰਮ ਨੂੰ ਮੰਨਦੇ ਸਨ, ਉਹਨਾਂ ਦੀਆਂ ਰਹੋ ਰੀਤੀਆਂ ਦੇ ਵਿੱਚ ਉਹ ਰਹਿੰਦੇ ਸਨ, ਹਿੰਦੂ ਰੀਤੀਆਂ ਨੂੰ ਉਹ ਮੰਨਦੇ ਸਨ। ਤੇ ਕਹਿੰਦੇ ਨੇ ਕਿ ਉਹ ਆਪਣੇ ਜੀਵਨ ਕਾਲ ਦੇ ਵਿੱਚ ਕਿਸੇ ਇਤਿਹਾਸਕਾਰਾਂ ਨੇ ਲਿਖਿਆ ਕਿ 21 ਯਾਤਰਾਵਾਂ ਹਰਿਦੁਆਰ ਦੀਆਂ ਕੀਤੀਆਂ, ਤੇ ਕਿਸੇ ਨੇ ਲਿਖਿਆ ਕਿ 20 ਯਾਤਰਾ ਉਹਨਾਂ ਨੇ ਹਰਿਦੁਆਰ ਦੀਆਂ ਕੀਤੀਆਂ। ਉਹ ਹਰ ਸਾਲ ਯਾਤਰਾ ਕਰਨ ਜਾਂਦੇ ਸਨ। ਤੇ ਗੁਰੂ ਸਾਹਿਬ ਜੀ ਆਪਣੇ ਜੀਵਨ ਕਾਲ ਦੇ ਵਿੱਚ ਹਰ ਸਾਲ ਹਰਿਦੁਆਰ ਦੀ ਤੀਰਥ ਯਾਤਰਾ ਕਰਨ ਵਾਸਤੇ ਜਾਇਆ ਕਰਦੇ ਸਨ ਸ਼ਰਧਾਲੂਆਂ ਦੇ ਨਾਲ। ਤੇ ਕਹਿੰਦੇ ਨੇ ਕਿ ਗੁਰੂ ਸਾਹਿਬ ਜੀ, ਬਾਬਾ ਜੀ ਵਰਤ ਵੀ ਰੱਖਦੇ ਸਨ। ਉਸ ਕਹਿੰਦੇ ਨੇ ਕਿ ਇੱਕ ਦਿਨ ਦੀ ਗੱਲ ਹੈ, 19ਵੀਂ ਫੇਰੀ ਲਾ ਲਓ, 19ਵਾਂ ਜਾਂ 20ਵੀਂ ਫੇਰੀ ਲਾ ਲਓ, ਉਹ ਸਮਝੋ ਕਿ ਅਖੀਰਲੀ ਫੇਰੀ ਸੀ ਕਿ ਜਦੋਂ ਕਿ ਬਾਬਾ ਅਮਰਦਾਸ ਜੀ ਹਰਿਦੁਆਰ ਤੋਂ ਆ ਰਹੇ ਸਨ। ਤੇ ਉਸ ਵੇਲੇ ਉਹਨਾਂ ਦੀ ਉਮਰ ਵੀ ਵਡੇਰੀ ਸੀ, 60-62 ਸਾਲ ਦੀ ਇਹਨਾਂ ਦੀ ਉਮਰ ਹੋ ਗਈ ਸੀ। ਤੇ ਹਰਿਦੁਆਰ ਤੋਂ ਵਾਪਸ ਆਉਂਦਿਆਂ ਪਿੰਡ ਮਹਿਰਾਂ ਦੇ ਕੋਲ ਆਏ। ਉੱਥੇ ਉਹਨਾਂ ਦਾ ਇੱਕ ਯਾਰ ਮਿੱਤਰ, ਇੱਕ ਵਸਨੀਕ ਉੱਥੇ ਵਸਿਆ ਹੋਇਆ ਸੀ। ਤੇ ਉਹਨੇ ਕਿਹਾ ਵੀ ਤੁਸੀਂ ਰਾਤ ਦੇ ਹਨੇਰੇ ਦੇ ਵਿੱਚ ਇੱਥੇ, ਤੁਸੀਂ ਦੇਰ ਸਵੇਰ ਹੋ ਜਾਂਦੀ ਹੈ, ਤੁਸੀਂ ਮੇਰੇ ਘਰ ਵਿੱਚ ਅੱਜ ਦੀ ਰਾਤ ਪਨਾਹ ਲੈ ਕੇ ਅੰਮ੍ਰਿਤ ਵੇਲੇ ਇੱਥੋਂ ਜਾ ਸਕਦੇ ਹੋ। ਤੇ ਕਹਿੰਦੇ ਨੇ ਕਿ ਉਹ ਵੀ ਵੈਸ਼ਨੋ ਸਾਧ ਸੀ, ਉਹ ਵੀ ਤੀਰਥ ਯਾਤਰਾਵਾਂ ਕਰਦਾ ਸੀ। ਤੇ ਉੱਥੇ ਇਹਨਾਂ ਦੀ ਯਾਰੀ ਮਿੱਤਰਤਾ ਹੋਈ, ਕਿਉਂਕਿ ਉਹ ਵੀ ਹਿੰਦੂ ਰਹੋ ਰੀਤੀ ਨੂੰ, ਧਰਮ ਨੂੰ ਮੰਨਣ ਵਾਲਾ, ਤੇ ਬਾਬਾ ਅਮਰਦਾਸ ਜੀ ਵੀ ਹਿੰਦੂ ਧਰਮ ਨੂੰ ਮੰਨਣ ਵਾਲੇ। ਤੇ ਉਹਨਾਂ ਦੇ ਘਰ ਵਿੱਚ ਰਹਿਣ ਵਸੇਰਾ ਕੀਤਾ। ਤੇ ਜਦੋਂ ਕਿ ਅਸੀਂ ਆਪਸ ਦੇ ਵਿੱਚ ਮਿਲ ਵਰਤਦੇ ਹਾਂ, ਜੇ ਸਾਡੇ ਘਰ ਵਿੱਚ ਕੋਈ ਆਵੇ, ਅਸੀਂ ਉਹਨੂੰ ਬੜੇ ਪਿਆਰ ਦੇ ਨਾਲ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਉਹਦੀਆਂ
ਗੱਲਾਂ ਕਰਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ, ਹਾਲ ਚਾਲ ਪੁੱਛਦੇ ਹਾਂ, ਘਰ ਦੇ ਹਾਲਤ ਪੁੱਛਦੇ ਹਾਂ। ਤੇ ਹਰ ਪ੍ਰੋਫੈਸ਼ਨ ਦੇ ਮੁਤਾਬਕ ਅਸੀਂ ਉਹਦੇ ਨਾਲ ਉਹੀ ਗੱਲ ਕਰਦੇ ਹਾਂ। ਜਿਵੇਂ ਕਿ ਮੈਂ ਗਿਆਨੀ ਲਾਈਨ ਦੇ ਵਿੱਚ ਹਾਂ ਤੇ ਮੈਂ ਕਿਸੇ ਨੂੰ ਗੱਲ ਕਰਾਂਗਾ ਤੇ ਕੋਈ ਇਹੋ ਜਿਹੀ ਗੱਲ ਕਰਾਂਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੋ ਰਿਹਾ, ਜਾਂ ਤੁਸੀਂ ਕਿੰਨਾ ਗਿਆਨ ਰੱਖਦੇ ਹੋ, ਜਾਂ ਤੁਹਾਨੂੰ ਕਿੰਨਾ ਕੀਰਤਨ ਆਉਂਦਾ ਹੈ, ਤੁਹਾਨੂੰ ਕਿੰਨਾ ਗਿਆਨ ਹੈ। ਇੱਕ ਡਾਕਟਰ ਦੇ ਘਰ ਜਾਓਗੇ, ਉਹ ਕਿਤੇ ਨਾ ਕਿਤੇ ਆਪਣੇ ਡਾਕਟਰੀ ਦੀਆਂ ਗੱਲਾਂ ਕਰੇਗਾ। ਸਾਇੰਟਿਸਟ ਦੇ ਘਰ ਜਾਓਗੇ, ਕੋਈ ਸਾਇੰਸ ਦੀਆਂ ਗੱਲਾਂ ਕਰੇਗਾ। ਤੇ ਆਪਣੇ ਮੁਤਾਬਕ ਹਰ ਬੰਦਾ ਉਹੀ ਗੱਲ ਕਰਦਾ ਹੈ ਜਿਹੜਾ ਉਹਦਾ ਪ੍ਰੋਫੈਸ਼ਨ ਹੁੰਦਾ ਹੈ। ਤੇ ਬਾਬਾ ਅਮਰਦਾਸ ਜੀ ਨੂੰ ਕਈ ਵਾਰ ਉਹ ਯਾਤਰਾ ਤੇ ਮਿਲਿਆ ਤੇ ਜਦੋਂ ਰਾਤ ਨੂੰ ਠਹਿਰੇ, ਲੰਗਰ ਪਾਣੀ ਛਕਣ ਤੋਂ ਬਾਅਦ ਕਿਤੇ ਉਹ ਪੁੱਛ ਬੈਠਾ, ਕਹਿੰਦਾ ਤੁਹਾਡਾ ਜਿਹੜਾ ਸੁਭਾਅ ਬਹੁਤ ਚੰਗਾ ਲੱਗਿਆ ਮੈਨੂੰ, ਤੁਹਾਡਾ ਇੰਨਾ ਵਧੀਆ ਸੁਭਾਅ, ਤੁਹਾਡਾ ਇੰਨਾ ਵਧੀਆ ਨੈਣ ਨਕਸ਼, ਤੇ ਤੁਹਾਡੀਆਂ ਗੱਲਾਂ ਤੋਂ ਮੈਨੂੰ ਲੱਗਦਾ ਕਿ ਤੁਹਾਡਾ ਕੋਈ ਗੁਰੂ ਕੋਈ ਵਧੀਆ ਵੱਡਾ ਹੋਵੇਗਾ। ਤੁਹਾਡਾ ਗੁਰੂ ਕੌਣ ਹੈ? ਤੇ ਉਸ ਵੇਲੇ ਬਾਬਾ ਅਮਰਦਾਸ ਜੀ ਥੋੜੇ ਰੁਕ ਕੇ ਕਹਿਣ ਲੱਗ ਪਏ, ਮੈਂ ਹਜੇ ਕੋਈ ਗੁਰੂ ਧਾਰਨ ਨਹੀਂ ਕੀਤਾ, ਮੈਂ ਹਜੇ ਗੁਰੂ ਲੱਭ ਰਿਹਾ। ਜਦੋਂ ਮੈਨੂੰ ਕੋਈ ਗੁਰੂ ਲੱਭ ਪਏਗਾ ਉਦੋਂ ਮੈਂ ਦੱਸ ਦਵਾਂਗਾ ਕਿ ਮੇਰਾ ਗੁਰੂ ਕੌਣ ਹੈ। ਬਸ ਇੰਨੀ ਕੁ ਗੱਲ ਹੋਈ। ਨਾਲ ਦੇ ਮਿੱਤਰ ਨੇ ਕਿਹਾ, ਉਸ ਵੇਲੇ ਦੇ ਬਚਨ ਸਨ ਕਿ ਮੈਂ ਤੇਰੇ ਨਾਲ ਇੰਨਾ ਟਾਈਮ ਬਤੀਤ ਕੀਤਾ, ਇੰਨਾ ਟਾਈਮ ਮੈਂ ਤੇਰੇ ਨਾਲ ਰਿਹਾ ਤੇ ਮੇਰਾ ਤਾਂ ਜਨਮ ਹੀ ਭ੍ਰਿਸ਼ਟਿਆ ਗਿਆ। ਸਾਰੀ ਉਮਰ ਦੀ ਮੇਰੀ ਕੀਤੀ ਕਮਾਈ, ਮੇਰਾ ਜਨਮ ਹੀ ਭ੍ਰਿਸ਼ਟਿਆ ਗਿਆ। ਮੈਨੂੰ ਨਹੀਂ ਸੀ ਪਤਾ ਕਿ ਤੂੰ ਤਾਂ ਨਿਗੁਰਾ ਹੈ, ਨਿਗੁਰੇ ਕਾ ਹੈ ਨਾਉ ਬੁਰਾ। ਉਹ ਗੱਲ ਕਿਤੇ ਦਿਲ ਨੂੰ ਚੁੱਭ ਗਈ। ਸਾਨੂੰ ਕੋਈ ਗੱਲ ਇਹੋ ਜਿਹੀ ਕਹਿ ਦੇ ਤੇ ਸਾਨੂੰ ਗੱਲ ਚੁੱਭ ਜਾਂਦੀ ਹੈ। ਤੇ ਬਾਬਾ ਅਮਰਦਾਸ ਜੀ ਨੂੰ ਆਪਣੇ ਯਾਰ ਮਿੱਤਰ ਦੀ ਉਹ ਗੱਲ ਕਿਤੇ ਇੱਥੇ ਚੁੱਭੀ। ਉਹ ਗੱਲ ਨੂੰ ਲੈ ਕੇ ਆਪਣੇ ਘਰ ਵਿੱਚ ਆ ਗਏ ਨੇ। ਦਿਨ ਨੂੰ ਚੈਨ ਨਹੀਂ ਤੇ ਰਾਤ ਨੂੰ ਨੀਂਦ ਨਹੀਂ ਆ ਰਹੀ। ਮਨ ਪਤਾ ਨਹੀਂ ਕਿੱਥੇ ਭਟਕ ਰਿਹਾ, ਪਤਾ ਨਹੀਂ ਕੀ ਲੱਭ ਰਿਹਾ। ਕੁਝ ਇਹੋ ਜਿਹੀ ਚੀਜ਼ ਲੱਭ ਰਿਹਾ ਜਿਹਦੇ ਨਾਲ ਸ਼ਾਂਤੀ ਪੈਦਾ ਹੋ ਜਾਏ, ਕੁਝ ਇਹੋ ਜਿਹਾ ਕੁਝ ਮਿਲੇ ਜਿਹਦੇ ਨਾਲ ਮਨ ਸ਼ਾਂਤ ਹੋ ਜਾਏ। ਤੇ ਇੱਕ ਰਾਤ ਨੂੰ ਬਾਬਾ ਅਮਰਦਾਸ ਜੀ ਬੜੇ ਪਰੇਸ਼ਾਨ ਸਨ, ਨੀਂਦ ਨਹੀਂ ਸੀ ਆ ਰਹੀ। ਅੰਮ੍ਰਿਤ ਵੇਲਾ ਹੋਇਆ ਤੇ ਬੀਬੀ ਮਧਾਣੀ ਦੇ ਵਿੱਚ ਦੁੱਧ ਰੜਕ ਰਹੀ ਸੀ। ਪੁਰਾਣੇ ਸਮੇਂ ਦੇ ਵਿੱਚ ਦੁੱਧ ਰੜਕਦੇ ਸਨ ਨਾ, ਆਪ ਸਾਰਿਆਂ ਨੂੰ ਪਤਾ ਹੋਵੇਗਾ। ਦੁੱਧ ਰੜਕ ਰਹੀ ਸੀ ਤੇ ਨਾਲ ਦੇ ਨਾਲ ਬਾਣੀ ਦੀਆਂ ਪੰਕਤੀਆਂ ਉਚਾਰਨ ਕਰ ਰਹੀ ਸੀ, ਪੜ੍ਹ ਰਹੀ ਸੀ, ਪਾਠ ਕਰ ਰਹੀ ਸੀ। ਉਹ ਕਿਤੇ ਆਵਾਜ਼ ਕੰਨਾਂ ਦੇ ਵਿੱਚ ਪਈ। ਉਹ ਆਵਾਜ਼ ਨੇ ਬਾਬਾ ਅਮਰਦਾਸ ਜੀ ਦੇ ਹਿਰਦੇ ਨੂੰ ਜਿਵੇਂ ਬਲੁੰਦੜਿਆ ਗਿਆ। ਲੱਗਦਾ ਜਿਵੇਂ ਇੱਕ ਜ਼ਖਮਾਂ ਦੇ ਉੱਤੇ ਕੋਈ ਮਰਮ ਲਾ ਦਿੱਤਾ ਗਿਆ ਹੋਵੇ। ਲੱਗਦਾ ਜਿਵੇਂ ਬਬੀਹੇ ਨੂੰ ਕੋਈ ਇੱਕ ਸ਼ਾਂਤੀ ਬੂੰਦ ਮਿਲ ਗਈ ਹੋਵੇ, ਜਿਵੇਂ ਭੁੱਖੇ ਨੂੰ ਕੋਈ ਲੰਗਰ ਛਕਾ ਦਿੱਤਾ ਗਿਆ ਹੋਵੇ। ਇਹੋ ਜਿਹੀ ਅਵਸਥਾ ਬਣ ਗਈ। ਬਾਬਾ ਅਮਰਦਾਸ ਜੀ ਬਾਹਰ ਆਏ ਨੇ। ਉਹ ਬੀਬੀ ਕੌਣ ਹੈ ਜਿਹਦੇ ਮੁਖ ਤੋਂ ਬਾਬਾ ਅਮਰਦਾਸ ਜੀ ਨੇ ਉਹ ਬਾਣੀ ਦੀਆਂ ਪੰਕਤੀਆਂ ਸੁਣੀਆਂ? ਉਹ ਬੀਬੀ ਉਹਨਾਂ ਦੇ ਛੋਟੇ ਭਰਾ ਤਿਨਾਦੀ ਨੂੰ ਤੇ ਗੁਰੂ ਸਾਹਿਬ ਜੀ ਦੀ ਸਪੁੱਤਰੀ। ਤੇ ਇਸ ਮੁਤਾਬਕ ਬਾਬਾ ਅਮਰਦਾਸ ਜੀ ਉਹਨਾਂ ਦੇ ਕੁੜਮ ਲੱਗੇ, ਕੁੜਮਾਚਾਰੀ ਹੋਇਆ ਨਾ। ਤੇ ਬਾਬਾ ਅਮਰਦਾਸ ਜੀ ਨੇ ਕਿਹਾ, ਬੇਟਾ ਜੀ ਇਹ ਬਾਣੀ ਕਿਹਦੀ ਹੈ ਜਿਹਨੂੰ ਸੁਣ ਕੇ ਮੇਰੇ ਮਨ ਵਿੱਚ ਠਾਰ ਪੈ ਗਿਆ। ਕਿਉਂਕਿ ਤਪਤ ਮਾਏ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਭਾਈ। ਬਾਣੀ ਸੁਣ ਕੇ ਕਿਤੇ ਮਨ ਵਿੱਚ ਠਾਰ ਪੈ ਗਿਆ, ਠੰਡ ਪੈ ਗਈ। ਪੁੱਛ ਬੈਠੇ ਇਹ ਬਾਣੀ ਕਿਹਦੀ ਏ?
ਤੇ ਬੀਬੀ ਜੀ ਨੇ ਕਿਹਾ ਇਹ ਬਾਣੀ ਬਾਬਾ ਨਾਨਕ ਦੇਵ ਜੀ ਦੀ ਹੈ। ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ। ਤੇ ਬਾਬਾ ਅਮਰਦਾਸ ਜੀ ਕਹਿਣ ਲੱਗ ਪਏ ਬੇਟਾ ਜੀ ਮੈਨੂੰ ਉੱਥੇ ਲੈ ਕੇ ਚਲੋ। ਕਹਿਣ ਲੱਗ ਪਏ ਇਹ ਜਿਹੜੀ ਬਾਣੀ ਹੈ ਗੁਰੂ ਨਾਨਕ ਦੇਵ ਜੀ ਦੀ, ਬਾਬਾ ਨਾਨਕ ਦੇਵ ਜੀ ਆਪਣਾ ਸਰੀਰਕ ਚੋਲਾ ਤਿਆਗ ਕੇ ਇੱਥੋਂ ਚਲੇ ਗਏ ਨੇ ਤੇ ਉਹ ਜੋਤ ਜਿਹੜੀ ਹੈ ਉਹ ਜੋਤ ਗੁਰੂ ਅੰਗਦ ਦੇਵ ਜੀ ਦੇ ਅੰਦਰ ਹੈ। ਤੇ ਉਸ ਵੇਲੇ ਬੀਬੀ ਜੀ ਨੂੰ ਨਾਲ ਲੈ ਕੇ ਬਾਬਾ ਅਮਰਦਾਸ ਜੀ ਆਪਣੇ ਘਰ ਤੋਂ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਗਏ ਨੇ। ਤੇ ਸਾਡੇ ਘਰ ਵਿੱਚ ਕੁੜਮ ਆਵੇ, ਕੋਈ ਸਤਿਕਾਰਯੋਗ ਕੋਈ ਮਹਿਮਾਨ ਗੈਸਟ ਸਾਡੇ ਘਰ ਵਿੱਚ ਆਉਂਦਾ, ਅਸੀਂ ਹੱਥ ਜੋੜ ਕੇ ਖੜ ਜਾਂਦੇ ਆ, ਪਾਣੀ ਪੀਓ ਜੀ, ਸਤਿ ਸ੍ਰੀ ਅਕਾਲ ਕਰਦੇ ਆ, ਫਤਿਹ ਬੁਲਾਉਂਦੇ ਆ, ਧਰਮ ਦੇ ਮੁਤਾਬਕ ਨਮਸਤੇ ਕਰਦੇ ਆ ਜਾਂ ਜੋ ਵੀ ਕਹਿੰਦੇ ਨੇ ਆਪਣੇ ਮੁਤਾਬਕ ਅਸੀਂ ਸਤਿਕਾਰ ਕਰਦੇ ਆ। ਤੇ ਅੱਗੋਂ ਗੁਰੂ ਅੰਗਦ ਦੇਵ ਜੀ ਸਾਹਮਣੇ ਤੋਂ ਆਏ ਖੜ ਕੇ ਤੇ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਉਸ ਵੇਲੇ ਦੇ ਮੁਤਾਬਕ ਸਤਿਕਾਰ ਕਰਨ ਦੇ ਲਈ ਅੱਗੇ ਆ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਖੜੇ ਹੋ ਗਏ ਨੇ। ਤੇ ਬਾਬਾ ਅਮਰਦਾਸ ਜੀ ਦੇ ਉਸ ਵੇਲੇ ਦੇ ਬੋਲ ਸਨ। ਉਹ ਕਹਿੰਦੇ ਸਨ ਕਿ ਅੱਜ ਮੈਂ ਇੱਥੇ ਕੁੜਮ ਬਣ ਕੇ ਨਹੀਂ ਆਇਆ, ਮੈਂ ਇੱਥੇ ਇੱਕ ਸਿੱਖ ਬਣ ਕੇ ਆਇਆ। 60-62 ਸਾਲ ਦੀ ਉਮਰ, ਕਹਿੰਦੇ ਮੈਂ ਇੱਥੇ ਅੱਜ ਸਿੱਖ ਬਣ ਕੇ ਆਇਆ ਤੁਹਾਡੇ ਕੋਲੋਂ ਕੁਝ ਲੈਣ ਵਾਸਤੇ। ਮੈਂ ਇੰਨਾ ਭ੍ਰਮਣ ਕੀਤਾ ਦੁਨੀਆ ਦਾ, ਮਨੋਂ ਸ਼ਾਂਤੀ ਨਹੀਂ ਆਈ। ਮੈਂ ਅੱਜ ਅੰਮ੍ਰਿਤ ਵੇਲੇ ਬੇਟੀ ਦੇ ਮੂੰਹੋਂ ਇਹ ਬਾਣੀ ਦੀਆਂ ਪੰਕਤੀਆਂ ਸੁਣੀਆਂ, ਮੈਨੂੰ ਕਿਤੇ ਠੰਡਕ ਪੈ ਗਈ, ਠਾਰ ਪੈ ਗਿਆ। ਤੇ ਉਸ ਵੇਲੇ ਬਾਬਾ ਅਮਰਦਾਸ ਜੀ ਨੇ ਆਪਣੇ ਕੁੜਮਾਂ ਦੇ ਘਰ 10-12 ਸਾਲ ਸੇਵਾ ਕੀਤੀ। ਕੋਈ ਕਰ ਸਕਦਾ ਹੈ ਆਪਣੇ ਕੁੜਮਾਂ ਦੇ ਘਰ ਇਦਾਂ ਸੇਵਾ? ਲੋਕਾਂ ਨੇ ਬੜੇ ਮੇਣੇ ਮਾਰੇ, ਲੱਗਦਾ ਇਹਦੇ ਘਰ ਵਿੱਚ ਖਾਣ ਨੂੰ ਕੁਝ ਅੰਨ ਨਹੀਂ ਹੈ, ਇਹਦੇ ਕੋਲ ਰਹਿਣ ਨੂੰ ਘਰ ਨਹੀਂ ਹੈ, ਤਾਂ ਇੱਥੇ ਆਪਣੇ ਕੁੜਮਾਂ ਦੇ ਘਰ ਪਿਆ, ਇੱਥੇ ਕੰਮ ਕਰੀ ਜਾਂਦਾ। ਇਹੋ ਜਿਹੇ ਤਾਨੇ ਮਾਰੇ ਨੇ। ਖਿਆਲ ਕਰਨਾ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਬਾਬਾ ਅਮਰਦਾਸ ਜੀ ਨੇ ਆਪਣੀ 60-62 ਸਾਲ ਦੀ ਉਮਰ ਤੋਂ ਸੇਵਾ ਸ਼ੁਰੂ ਕੀਤੀ ਸੀਗੀ। ਤੇ 72 ਸਾਲ ਇਹ ਕਹਿਣਾ ਬਹੁਤ ਸੌਖਾ, ਪਰ ਖਿਆਲ ਕਰਨਾ ਉਹਨੂੰ ਹੰਡਾਉਣਾ ਬੜਾ ਔਖਾ। ਇੱਕ ਸਾਲ ਦੇ ਵਿੱਚ 365 ਦਿਨ ਹੁੰਦੇ ਨੇ। ਅਸੀਂ ਕਿਸੇ ਦੇ ਘਰ, ਕਿਸੇ ਦੇ ਕੋਲ, ਕਿਸੇ ਦੀ ਸੇਵਾ ਇੰਨੇ ਦਿਨ ਨਹੀਂ ਕਰ ਸਕਦੇ। 4 ਮਹੀਨੇ, 6 ਮਹੀਨੇ, 6-7 ਮਹੀਨੇ ਕਿਸੇ ਦੀ ਸੇਵਾ ਕਰ ਵੀ ਲਈ ਤੇ ਅਸੀਂ ਇੱਕ ਵਾਰ ਨੂੰ ਡੋਲ ਜਾਵਾਂਗੇ, ਕਵਾਂਗੇ ਵੀ ਅਸੀਂ ਬਹੁਤ ਸੇਵਾ ਕਰ ਲਈ, ਸਾਡੇ ਕੋਲੋਂ ਨਹੀਂ ਹੁੰਦੀ ਕਿਸੇ ਦੀ ਚਾਕਰੀ। ਉਹ ਕਿਹੋ ਜਿਹੀ ਅਵਸਥਾ ਤੋਂ ਉੱਠ ਕੇ ਆਏ ਸਨ, ਉਹ ਕੀ ਲੱਭ ਰਹੇ ਸਨ। ਤੇ ਉਸ ਵੇਲੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਦੇ ਵਿੱਚ ਬਾਬਾ ਅਮਰਦਾਸ ਜੀ ਨੇ ਕੋਈ ਕਸਰ ਨਹੀਂ ਛੱਡੀ। ਬਾਬਾ ਅਮਰਦਾਸ ਜੀ ਨੇ ਲੰਗਰਾਂ ਦੀ ਸੇਵਾ ਕੀਤੀ। ਇੱਥੋਂ ਤੱਕ ਬਾਬਾ ਅਮਰਦਾਸ ਜੀ ਨੇ ਮਾਤਾ ਜੀ ਨੂੰ ਕਹਿ ਕੇ ਗੁਰੂ ਅੰਗਦ ਦੇਵ ਜੀ ਦੇ ਵਸਤਰਾਂ ਦੀ ਸੇਵਾ ਵੀ ਆਪ ਹੀ ਲੈ ਲਈ ਸੀ। ਤੇ ਖਿਆਲ ਕਰਨਾ, ਗੁਰੂ ਅਮਰਦਾਸ ਪਾਤਸ਼ਾਹ ਨੇ, ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਲਈ ਅੰਮ੍ਰਿਤ ਵੇਲੇ ਜਲ ਦੀ ਸੇਵਾ, ਗਾਗਰ ਢੋਕੇ ਲੈ ਕੇ ਆਣੀ, ਦਰਿਆ ਤੋਂ ਵਿਆਸ ਤੋਂ ਗਾਗਰ ਲੈ ਕੇ ਆਉਣੀ, ਮੋਢੇ ਦੇ ਉੱਤੇ ਰੱਖ ਕੇ ਅੰਮ੍ਰਿਤ ਵੇਲੇ ਪਹਿਲਾਂ ਆਪ ਅੰਮ੍ਰਿਤ ਵੇਲੇ ਉੱਠਣਾ, ਬਿਆਸ ਜਾਣਾ, ਦਰਿਆ ਤੋਂ ਪਹਿਲਾਂ ਆਪ ਇਸ਼ਨਾਨ ਕਰਨਾ, ਗਾਗਰ ਨੂੰ ਧੋ ਕੇ ਉਹਦੇ ਵਿੱਚ ਜਲ ਪਾ ਕੇ ਤੇ ਗੁਰੂ ਸਾਹਿਬ ਜੀ ਦੇ ਲਈ ਰੋਜ਼ ਜਲ ਲੈ ਕੇ ਆਉਂਦੇ ਸਨ। ਵੱਡੀ ਅਵਸਥਾ ਦੇ ਵਿੱਚ, ਵੱਡੀ ਉਮਰ ਦੇ ਵਿੱਚ। ਉਹ ਕਿਹੋ ਜਿਹੀ ਅਵਸਥਾ ਹੋਵੇਗੀ? ਉਹ ਕੀ ਸੀ ਪਾਲ ਰਹੇ, ਉਹ ਕੀ ਲੱਭ ਰਹੇ ਸਨ? ਕਿਤੇ ਮਨ ਨੂੰ ਹਜੇ ਵੀ ਸ਼ਾਂਤੀ ਨਹੀਂ ਮਿਲੀ ਲੱਗਦਾ। 1 ਸਾਲ, 2 ਸਾਲ, 3 ਸਾਲ, 4 ਸਾਲ, 5 ਸਾਲ ਏਦਾਂ ਕਰਦਿਆਂ ਬਾਬਾ ਅਮਰਦਾਸ ਜੀ ਨੇ
ਗੁਰੂ ਘਰ ਦੇ ਵਿੱਚ ਸਾਰੀ ਸੇਵਾਵਾਂ ਦੇ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਤੇ ਸਭ ਤੋਂ ਵੱਡੀ ਸੇਵਾ ਅੰਮ੍ਰਿਤ ਵੇਲੇ ਜਾਗਣਾ ਤੇ ਦਰਿਆ ਤੋਂ ਜਾ ਕੇ ਨਦੀ ਤੋਂ ਜਾ ਕੇ ਪਾਣੀ ਗਾਗਰ ਵਿੱਚ ਭਰ ਕੇ ਲੈ ਕੇ ਆਉਣਾ। ਉਹ ਸਮਾਂ ਆਉਣ ਵਾਲਾ ਸੀ ਜਦੋਂ ਕਿ ਬਾਬਾ ਅਮਰਦਾਸ ਜੀ ਤੋਂ ਅੱਜ ਗੁਰੂ ਅਮਰਦਾਸ ਜੀ ਬਣਨਾ ਸੀ। ਤੇ ਉਹ ਸਮਾਂ ਬਹੁਤ ਛੇਤੀ ਆਉਣ ਵਾਲਾ ਹੈ, ਅੰਮ੍ਰਿਤ ਵੇਲਾ ਹੈ। ਬਾਬਾ ਅਮਰਦਾਸ ਜੀ ਉਠੇ ਨੇ, ਉੱਠ ਕੇ ਰੋਜ਼ ਦੇ ਨਿਯਮ ਮੁਤਾਬਕ, ਨਿਤਨੇਮ ਦੇ ਮੁਤਾਬਕ ਦਰਿਆ ਵੱਲ ਨੂੰ ਗਏ ਨੇ। ਦਰਿਆ ਵਿੱਚੋਂ ਗਾਗਰ ਨੂੰ ਸਾਫ਼ ਕਰਕੇ ਇਸ਼ਨਾਨ ਕਰਕੇ ਜਲ ਲੈ ਕੇ ਆ ਰਹੇ ਨੇ। ਮੋਢੇ ਦੇ ਉੱਤੇ ਜਲ ਰੱਖਿਆ ਹੋਇਆ ਹੈ। ਇੰਨੀ ਵੱਡੀ ਉਮਰ ਦੇ ਵਿੱਚ ਕਈ ਵਾਰ ਅੱਖ ਤੋਂ ਵੇਖਣਾ ਵੀ ਔਖਾ ਹੋ ਜਾਂਦਾ ਹੈ। ਕਈ ਵਾਰ ਅੱਖਾਂ ਖਰਾਬ ਹੋ ਜਾਂਦੀਆਂ ਨੇ ਕਿਉਂਕਿ ਉਮਰ ਵਡੇਰੀ ਹੈ ਤੇ ਅੰਮ੍ਰਿਤ ਵੇਲਾ ਥੋੜਾ ਹਨੇਰਾ ਹੁੰਦਾ ਹੈ। ਗਾਗਰ ਲੈ ਕੇ ਆ ਰਹੇ ਸਨ ਤੇ ਜਦੋਂ ਰਾਹ ਦੇ ਵਿੱਚ ਆਉਂਦੇ ਸਨ, ਇੱਕ ਘਰ ਪੈਂਦਾ ਸੀ ਜੁਲਾਹੇ ਦਾ। ਉਹਦੇ ਘਰ ਦੇ ਅੱਗੇ ਕਿਤੇ ਸਾਹਮਣੇ ਇੱਕ ਖੁੱਡ ਸੀ, ਕਿਤੇ ਟੋਆ ਪੁੱਟਿਆ ਹੋਇਆ ਸੀ। ਜਦੋਂ ਬਾਬਾ ਅਮਰਦਾਸ ਜੀ ਗਾਗਰ ਭਰ ਕੇ ਲੈ ਕੇ ਆ ਰਹੇ ਸਨ, ਉਹ ਉੱਥੇ ਪੈਰ ਉਹਦੇ ਵਿੱਚ ਕਿਤੇ ਅੜਿਆ, ਖੜਾਕ ਦੀ ਆਵਾਜ਼ ਆਈ। ਜੁਲਾਹੇ ਨੇ ਪੁੱਛਿਆ, ਜਾ ਕੇ ਵੇਖੀ ਕੀ ਹੋਇਆ ਬਾਹਰ, ਲੱਗਦਾ ਕੋਈ ਡਿੱਗ ਪਿਆ। ਅੱਜ ਜੁਲਾਹੀ ਦੇ ਕੀ ਬਿਆਨ ਸਨ? ਕਹਿੰਦੀ ਹੋਵੇਗਾ ਅਮਰੂ ਨਿਥਾਵਾਂ, ਹੋਵੇਗਾ ਅਮਰੂ ਨਿਥਾਵਾਂ। ਕਿਤੇ ਇਹ ਗੱਲ ਪਹਿਲਾਂ ਕਿਉਂ ਨਹੀਂ ਕਹਿ ਦਿੱਤੀ? ਕਿਤੇ ਇਹ ਗੱਲ ਪਹਿਲਾਂ ਕਿਉਂ ਨਹੀਂ ਸੀ ਕਹਿ ਦਿੱਤੀ ਤੇ ਇੰਨੇ ਦਿਨ ਨਹੀਂ ਸੀ ਲੱਗਣੇ? ਹੋ ਸਕਦਾ ਹੈ ਕਿ ਇੰਨੇ ਦਿਨ ਤਾਂ ਲੱਗੇ ਕਿ ਹਜੇ ਫਲ ਕੱਚਾ ਸੀ ਤੇ ਹੁਣ ਪੱਕਿਆ। ਗਾਗਰ ਲੈ ਕੇ ਦਰਬਾਰ ਦੇ ਵਿੱਚ ਆਏ ਨੇ। ਅੱਜ ਉਹ ਪਦਵੀ ਮਿਲਣ ਵਾਲੀ ਸੀ, ਨਿਥਾਵੇਂ ਤੋਂ ਥਾਂ ਮਿਲ ਗਈ। ਜਿਹਨੂੰ ਨਿਥਾਵਾਂ ਕਿਹਾ ਗਿਆ ਉਹ ਸਾਰਿਆਂ ਨੂੰ ਥਾਂ ਦੇਣ ਵਾਲਾ ਬਣ ਗਿਆ। ਜਿਹਦੇ ਕੋਲ ਆਪਣਾ ਘਰ ਛੱਡ ਕੇ ਆਇਆ ਸੀ, ਲੋਕਾਂ ਨੂੰ ਸਰਾਂ ਦੇਣ ਵਾਲਾ ਬਣ ਗਿਆ। ਜਿਹੜਾ ਆਪ ਗੁਰੂ ਘਰ ਦੇ ਲੰਗਰ ਛਕਦਾ ਸੀ, ਉਹ ਲੋਕਾਂ ਨੂੰ ਲੰਗਰ ਛਕਾਉਣ ਲੱਗ ਪਿਆ। ਭਾਵ ਕਿ ਬਾਬਾ ਅਮਰਦਾਸ ਤੋਂ ਉਹ ਦਿਨ ਅਖੀਲਾ ਦਿਨ ਸੀ ਜਦੋਂ ਜੁਲਾਹੀ ਨੇ ਕਿਹਾ ਸੀ ਹੋਵੇਗਾ ਅਮਰੂ ਨਿਥਾਵਾਂ। ਗੁਰੂ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ, ਨਿਥਾਵੇਂ ਨੂੰ ਥਾਂ ਬਖਸ਼ ਕੇ ਗੁਰੂ ਗੱਦੀ ਦੇ ਉੱਤੇ ਬਿਠਾ ਦਿੱਤਾ। ਉਹ ਗਾਗਰ ਦੇ ਨਾਲ ਸਾਗਰ ਦੇ ਵਿੱਚ ਤਾਰੀਆਂ ਲਾ ਗਏ ਨੇ। ਇਹ ਮਹਾਨ ਇਤਿਹਾਸ ਜਦੋਂ ਅਸੀਂ ਸੁਣਦੇ ਆ ਨਾ, ਸਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਪੈਦਾ ਹੋ ਜਾਂਦਾ ਹੈ ਕਿ ਅਸੀਂ ਵੀ ਕੁਝ ਕਰੀਏ। ਸਿੱਖ ਧਰਮ ਦੋ ਥੰਬਾਂ ਦੇ ਉੱਤੇ ਖੜਾ ਹੋਇਆ, ਸੇਵਾ ਤੇ ਸਿਮਰਨ। ਸੇਵਾ ਤੇ ਸਿਮਰਨ, ਸੇਵਾ ਤੇ ਸਿਮਰਨ ਦੋ ਕਰੋਗੇ ਤੇ ਸਾਡੀ ਵਾਹ ਹੋ ਜਾਂਦੀ ਹੈ, ਕਿਉਂਕਿ ਸੇਵਾ ਦੇ ਨਾਲ ਹੀ ਹਰ ਇੱਕ ਇਨਸਾਨ ਤਰਿਆ। ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ, ਗੁਰੂ ਰਾਮਦਾਸ ਪਾਤਸ਼ਾਹ ਜੀ ਸੇਵਾ ਦੇ ਰਾਹੀਂ ਹੀ ਤਰ ਗਏ ਨੇ। ਤੇ ਸੇਵਾ ਦੀ ਗੱਲ ਆਪਾਂ ਇੱਕ ਦਿਨ ਪਹਿਲਾਂ ਵੀ ਕੀਤੀ ਸੀ। ਸੇਵਾ ਕਰਕੇ ਬਹੁਤ ਇਹੋ ਜਿਹੇ ਗੁਰਸਿੱਖਾਂ ਦਾ ਪਾਰ ਉਤਾਰਾ ਹੋਇਆ, ਜਿਹੜਾ ਕਿ ਇਤਿਹਾਸ ਦੇ ਵਿੱਚ ਅਸੀਂ ਜਦੋਂ ਪੜ੍ਹਦੇ ਹਾਂ ਤੇ ਸਾਨੂੰ ਕਿਤੇ ਇਹੋ ਜਿਹੀ ਇੱਕ ਸੱਟ ਵੱਜਦੀ ਹੈ ਕਿ ਅਸੀਂ ਕਿਉਂ ਨਹੀਂ ਕਰ ਪਾਉਂਦੇ ਇਹੋ ਜਿਹੇ ਕੰਮ, ਅਸੀਂ ਕਿਉਂ ਨਹੀਂ ਸੇਵਾ ਕਰ ਪਾਉਂਦੇ, ਅਸੀਂ ਕਿਉਂ ਨਹੀਂ ਸਿਮਰਨ ਕਰ ਪਾਉਂਦੇ। ਸਾਨੂੰ ਅਰਦਾਸ ਕਰਨੀ ਚਾਹੀਦੀ ਹੈ, ਹੇ ਮੇਰੇ ਮਾਲਕ ਕਿਰਪਾ ਕਰੋ, ਬਖਸ਼ਿਸ਼ਾਂ ਕਰੋ। ਤਪਤ ਮਾਹੇ ਠਾਂਡ ਵਰਤਾਏ, ਅੰਧ ਭਇਆ ਦੁੱਖ ਨਾਠੇ ਭਾਈ। ਇਹਨਾਂ ਦੁੱਖਾਂ ਕਲੇਸ਼ਾਂ ਦਾ ਨਾਸ ਕਰਕੇ ਮਚਦੇ ਹੋਏ ਹਿਰਦੇ ਦੇ ਵਿੱਚ ਕਿਤੇ ਠੰਡ ਪਾ ਦਿਓ ਤੇ ਸਾਡੇ ਤੇ ਕਿਤੇ ਕਿਰਪਾ ਕਰ ਦਿਓ, ਅਸੀਂ ਵੀ ਤੁਹਾਡਾ ਸਿਮਰਨ ਕਰ ਸਕੀਏ, ਅਸੀਂ ਵੀ ਤੁਹਾਡੀ ਸ਼ਰਨ ਦੇ ਵਿੱਚ ਆ ਜਾਈਏ, ਤੁਹਾਡਾ ਨਾਮ ਜਪ ਲਈਏ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ਾਂ ਕਰਨ ਕਿ ਪੜ੍ਹੀ ਸੁਣੀ ਅੱਜ ਦੀ ਬਾਣੀ ਇਤਿਹਾਸ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ। ਤੇ ਸੇਵਾ ਬਹੁਤ ਵੱਡੀ ਚੀਜ਼ ਹੈ। ਸੇਵਾ ਦੇ ਵਿੱਚ
60-62 ਸਾਲ ਦੀ ਉਮਰ ਦਾ ਇੱਕ ਸਿਆਣਾ ਮਨੁੱਖ ਸੇਵਾ ਕਰ ਸਕਦਾ ਹੈ ਤੇ ਅਸੀਂ ਵੀ ਸੇਵਾ ਕਰ ਸਕਦੇ ਹਾਂ। ਸਤਿਗੁਰੂ ਜੀ ਦੇ ਅੱਗੇ ਅਰਦਾਸ, ਸਤਿਗੁਰੂ ਜੀ ਮਿਹਰ ਕਰਨਾ, ਬਖਸ਼ਿਸ਼ਾਂ ਕਰਨਾ, ਅਸੀਂ ਵੀ ਤੁਹਾਡੀ ਸੇਵਾ ਤੇ ਸਿਮਰਨ ਕਰ ਸਕੀਏ। ਅੱਜ ਦੀ ਤਾਰੀਖ ਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਗੁਰੂ ਕੇ ਸਿੱਖ ਅਮਰੀਕਾ ਤੋਂ ਲੈ ਕੇ ਹਰ ਇੱਕ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਸੇਵਾ ਕਰ ਰਹੇ ਨੇ। ਕਿ ਉਹਨਾਂ ਨੂੰ ਫਲ ਨਹੀਂ ਮਿਲੇਗਾ? ਉਹਨਾਂ ਸਾਰਿਆਂ ਨੂੰ ਫਲ ਮਿਲੇਗਾ। ਜਿਨ੍ਹਾਂ ਲੋਕਾਂ ਨੇ, ਵੱਡੇ ਲੋਕਾਂ ਕੋਲ ਪੈਸੇ ਨੇ, ਹੱਦ ਤੋਂ ਵੱਧ ਪੈਸੇ ਨੇ, ਖਿਆਲ ਕਰਨਾ ਉਹਨਾਂ ਦਾ ਪੈਸਾ ਇੱਕ ਵਾਰ ਨਹੀਂ ਨਿਕਲ ਰਿਹਾ। 2% ਵਾਲੇ ਜਿਹੜੇ ਨੇ ਉਹ ਇੰਨੇ ਢੀਠ ਨੇ, ਲੋਕੀ ਉਹਨਾਂ ਨੂੰ ਗਾਲਾਂ ਵੀ ਕੱਢਦੇ ਨੇ ਤੇ ਗਾਲਾਂ ਕੱਢ ਵੀ ਰਹੇ ਨੇ, ਖਾ ਕੇ ਪਿੱਠ ਤੇ ਛੁਰੇ ਵੀ ਮਾਰ ਰਹੇ ਨੇ ਤੇ ਮਾਰਦੇ ਵੀ ਨੇ, ਤੇ ਹੁਣ ਵੀ ਉਹੀ ਚੱਲ ਰਿਹਾ। ਪਰ ਇਹਨਾਂ 2% ਵਾਲਿਆਂ ਨੂੰ ਸ਼ਰਮ ਨਹੀਂ ਆਈ, ਇਹ ਫਿਰ ਵੀ ਲੰਗਰ ਲਗਾਉਂਦੇ ਨੇ, ਕਿਉਂਕਿ ਗੁਰੂ ਦੀ ਬਖਸ਼ਿਸ਼ ਹੈ। ਸੇਵਾ ਤੇ ਸਿਮਰਨ, ਇਹ ਦੋ ਥੰਬਾਂ ਦੇ ਉੱਤੇ ਗੁਰੂ ਕੀ ਸਿੱਖੀ, ਗੁਰੂ ਦਾ ਇਹ ਧਰਮ ਖੜਾ ਹੋਇਆ। ਜਦੋਂ ਤੱਕ ਇਹ ਸੇਵਾ ਤੇ ਸਿਮਰਨ ਹੈ ਤੇ ਸਾਨੂੰ ਕੋਈ ਨਹੀਂ ਢਾ ਸਕਦਾ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਅੱਜ ਦੀ ਪੜ੍ਹੀ ਸੁਣੀ ਬਾਣੀ ਤੇ ਗੁਰੂ ਇਤਿਹਾਸ, ਗੁਰੂ ਦੀਆਂ ਬਾਤਾਂ ਸਾਡੇ ਹਿਰਦੇ ਦੇ ਵਿੱਚ ਵਸ ਜਾਣ, ਕਿਉਂਕਿ ਬਾਬਾ ਫਰੀਦ ਜੀ ਦਾ ਕਹਿਣਾ ਹੈ, ਕਹਿੰਦੇ ਨੇ ਕਿ ਇਨਸਾਨ ਜਿਹੜਾ ਹੈ ਉਹ ਗਲਤੀਆਂ ਕਰ ਲੈਂਦਾ ਹੈ, ਇੱਕ ਰੱਬ ਹੈ ਜਿਹੜਾ ਗਲਤੀਆਂ ਨਹੀਂ ਕਰਦਾ। ਇੱਕ ਰੱਬ ਹੈ ਜਿਹੜਾ ਗਲਤੀਆਂ ਨਹੀਂ ਕਰਦਾ। ਤੇ ਇੱਕ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ, ਉਹ ਕਹਿੰਦਾ, जो गलती ना करे उसे भगवान कहते हैं, जो गलती ना करे उसे भगवान कहते हैं, जो गलती करके मान ले उसे इंसान कहते हैं, जो गलती करके ना माने उसे शैतान कहते हैं, जो गलती पे गलती करे उसे हैवान कहते हैं। सो संगत दे विच परमात्मा आप वसिया हुंदा है ते परमात्मा दे विच आप संगत फरीदा खालक, खलक मैं खलक, वसै रब माए। सो समूह संगत बख्शण जोग है, दिओ प्यार दा सबूत। आखो जी वाहिगुरू जी।